ਪੀਵੈ ਸੁਣ ਸ਼ਬਦ ਵਿਚਾਰਾ, ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ। ਅੱਜ ਆਪਾਂ ਦੀਦਾਰ ਕਰ ਰਹੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 370 ਦੇ ਉੱਪਰ ਅੰਕਿਤ ਆਸਾ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਦੇ ਸ਼ਬਦ ਸ਼ੁਰੂ ਹੋ ਰਹੇ ਨੇ। ਕੱਲ ਤੱਕ ਚੌਥੇ ਪਾਤਸ਼ਾਹ ਦੇ ਸ਼ਬਦ ਸਨ। ਆਓ ਕਰੀਏ ਦੀਦਾਰ ਜੀ। ਰਾਗ ਆਸਾ, ਘਰ ਦੂਜਾ, ਮਹੱਲਾ ਪੰਜਵਾਂ। ਆਸਾ ਰਾਗ ਦੇ ਵਿੱਚ ਸਵਰ ਤਾਲ ਦੇ ਭੇਦ ਅਨੁਸਾਰ ਦੂਜੇ ਘਰ ਵਿੱਚ ਗਾਉਣ ਦਾ ਹੁਕਮ ਹੈ। ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਸ਼ਬਦ ਦੀ ਸ਼ੁਰੂਆਤ ਵਿੱਚ ਮੂਲ ਮੰਤਰ ਦਾ ਸੰਖੇਪ ਸਰੂਪ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਜੀ ਨੈਚੁਰਲ ਫੋਰਸਿਸ ਬਣ ਕੇ, ਕੁਦਰਤੀ ਸ਼ਕਤੀਆਂ, ਸੱਚਾ ਗਿਆਨ ਬਣ ਕੇ, ਨਿਜ਼ਮ ਬਣ ਕੇ ਹਰ ਥਾਂ ਤੇ ਸਮਾਏ ਹੋਏ ਨੇ। ਉਹ ਸੱਚਾ ਗਿਆਨ ਜੋ ਰੱਬੀ ਉਪਦੇਸ਼ ਹੈ, ਜੋ ਸਤਿਗੁਰ ਸਰੂਪ ਹੈ, ਉਸ ਨੂੰ ਮੰਨਾਂਗੇ ਤਾਂ ਉਸ ਸੱਚੇ ਗਿਆਨ ਦੀ ਕਿਰਪਾ ਹੋਏਗੀ। ਸਾਡਾ ਮਹਿਸੂਸ ਕਰਨ ਦਾ, ਅਹਿਸਾਸ ਕਰਨ ਦਾ, ਅਨੁਭਵ ਕਰਨ ਦਾ ਤਲ ਬਦਲੇਗਾ ਅਤੇ ਹਰ ਵੇਲੇ ਮਹਿਸੂਸ ਹੋਏਗਾ ਵਾਹਿਗੁਰੂ ਜੀ ਅੰਗ ਸੰਗ ਹਾਜ਼ਰ ਨਾਜ਼ਰ ਨੇ। ਅੱਗੋਂ ਸ਼ਬਦ ਸ਼ੁਰੂ ਹੋ ਰਿਹਾ। ਇਸ ਸ਼ਬਦ ਦੇ ਵਿੱਚ ਜੋ ਸਾਡੇ ਅੰਦਰ ਖਿੱਚ ਹੈ, ਇੱਕ ਆਟੋਮੈਟਿਕਲੀ ਪੈਦਾ ਹੋਈ ਰੋਂਗ ਅਟੈਂਸ਼ਨ, ਜਿਹੜੀ ਸਾਨੂੰ ਅਸਲੀ ਸੈਕਟਰ ਤੋਂ, ਇੱਕ ਕੀਮਤੀ ਪੱਖ ਤੋਂ ਡਾਇਵਰਟ ਕਰਕੇ ਅਨਨੈਸੈਸਰੀ ਟਾਈਮ ਬਰਬਾਦ ਕਰਨ ਵਾਲੀ, ਜਿਹਦੇ ਵਿੱਚ ਕੋਈ ਫਾਇਦਾ ਨਹੀਂ, ਉਸ ਪਾਸੇ ਨੂੰ ਇਹ ਮਨ ਖਿੱਚ ਕੇ ਲੈ ਜਾਂਦੀ ਹੈ। ਇਹ ਖਿੱਚ ਜਿਹੜੀ ਹੈ ਸਾਨੂੰ ਉੱਧਰ ਸਾਡੇ ਮਨ ਨੂੰ ਲੈ ਜਾਂਦੀ ਹੈ। ਮੱਤ ਨੂੰ ਲੱਗਦਾ ਹੈ ਕਿ ਇਹਦੇ ਵਿੱਚੋਂ ਮੈਨੂੰ ਫਾਇਦਾ ਹੋਏਗਾ। ਸੱਚਾਈ ਇਹ ਹੁੰਦੀ ਹੈ ਕਿ ਉਹਦੇ ਵਿੱਚੋਂ ਉਲਝਣ ਤਾਣੀ ਪੈਦਾ ਹੁੰਦੀ ਹੈ। ਉਹਦੇ ਵਿੱਚ ਦੁੱਖਾਂ ਦੇ ਬੀਜ ਬੀਜੇ ਜਾਂਦੇ ਨੇ। ਇੱਕ ਦਿਨ ਮਨੁੱਖ ਪਛਤਾਉਂਦਾ ਹੈ। ਉਹ ਜਿਹੜੀ ਅੰਦਰ ਖਿੱਚ ਹੈ, ਰੋਂਗ ਅਟੈਂਸ਼ਨ ਹੈ, ਉਸ ਨੂੰ ਮਾਇਆ ਕਿਹਾ। ਮਾਇਆ ਇਜ਼ ਨਾਟ ਮਨੀ, ਮਾਇਆ ਇਜ਼ ਨਾਟ ਕਰੰਸੀ। ਮਾਇਆ ਰੁਪਈਆ ਪੈਸਾ ਨਹੀਂ ਹੈ। ਮਾਇਆ ਮਨੁੱਖ ਦੇ ਬਾਹਰ ਨਹੀਂ ਹੈ, ਮਾਇਆ ਅੰਦਰ ਹੈ। ਜਦੋਂ ਰੋਂਗ ਅਟੈਂਸ਼ਨ ਹੋਏਗੀ ਤੇ ਬਾਹਰ ਸਭ ਕੁਝ ਹੀ ਮਾਇਆ ਹੈ। ਉਹ ਜਿਹੜੀ ਅੰਦਰ ਰੋਂਗ ਅਟੈਂਸ਼ਨ ਹੈ, ਨਾ ਸਮਝੀ ਦੇ ਵਿੱਚੋਂ ਨਿਕਲੀ ਹੋਈ, ਉਸ ਬਾਰੇ ਸਤਿਗੁਰੂ ਜੀ ਕਹਿ ਰਹੇ ਨੇ, ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ। ਜਿਸ ਨੇ ਆਪਣੇ ਅੰਦਰੋਂ ਇਹ ਰੋਂਗ ਅਟੈਂਸ਼ਨ, ਗਲਤ ਪਾਸੇ ਦੀ ਖਿੱਚ ਦੇ ਨਾਲ ਪ੍ਰੀਤ ਪਾ ਲਈ, ਉਹਦੇ ਵਿੱਚੋਂ ਜਿੰਨੇ ਵੀ ਫੈਸਲੇ ਲਏਗਾ, ਜਿੰਨੇ ਵੀ ਕਰਮ ਕਰੇਗਾ, ਉਹ ਕਰਮ ਇਹਦੇ ਗੁਣਾਂ ਨੂੰ ਖਾ ਜਾਣਗੇ, ਇਹਦੇ ਮਿਸ਼ਨ ਨੂੰ ਖਾ ਜਾਣਗੇ। ਇਹਨੂੰ ਅਸਲੀ ਪਾਸੇ ਤੋਂ ਤੋੜ ਕੇ ਗਲਤ ਪਾਸੇ ਉਲਝਾ ਦੇਣਗੇ। ਜਿਨ੍ਹਾਂ ਨੇ ਵੀ ਇਸ ਮਾਇਆ ਰੂਪੀ ਨਾਗਣੀ ਦੇ ਨਾਲ ਪ੍ਰੀਤ ਪਾਈ, ਉਸ ਨੂੰ ਇਸ ਨੇ ਖਾ ਲਿਆ। ਜਿਨ ਸੁਖ ਬੈਠਾਲੀ ਇਸ ਭਾਉ ਬਹੁਤ ਦਿਖਾਇਆ। ਜਿਨ੍ਹਾਂ ਨੇ ਇਸ ਨੂੰ ਸੁਖ ਸਮਝ ਕੇ ਆਪਣੇ ਹਿਰਦੇ 'ਚ ਬਿਠਾ ਲਿਆ, ਆਪਣੀਆਂ ਆਦਤਾਂ ਵਿੱਚ ਬਿਠਾ ਲਿਆ ਰੋਂਗ ਅਟੈਂਸ਼ਨ ਨੂੰ, ਉਹਦੀ ਜ਼ਿੰਦਗੀ ਵਿੱਚ ਐਸੇ ਕਰਮ ਹੁੰਦੇ ਨੇ, ਹਰ ਕਰਮ ਉਹਦੇ ਅੰਦਰ ਭੈ ਪੈਦਾ ਕਰਦਾ ਹੈ ਤੇ ਹਰ ਵੇਲੇ ਇਹ ਡਰ ਡਰ ਕੇ ਜੀਵਨ ਜਿਉਂਦਾ ਹੈ, ਅੰਦਰੋਂ ਮਰ ਮਰ ਕੇ ਜੀਵਨ ਜਿਉਂਦਾ ਹੈ। ਭਾਈ ਮੀਤ ਕੁਟੰਬ ਦੇਖ ਬੇਬਾਦੇ। ਇਹ ਜਿਹੜੀ ਰੋਂਗ ਅਟੈਂਸ਼ਨ ਰੂਪੀ ਮਾਇਆ ਹੈ, ਇਸ ਦੇ ਕਾਰਨ ਹੀ ਭਰਾਵਾਂ ਦੇ ਵਿੱਚ, ਮਿੱਤਰਾਂ ਦੇ ਵਿੱਚ, ਪਰਿਵਾਰਾਂ ਦੇ ਵਿੱਚ, ਸ਼ਰੀਕੇ ਦੇ ਵਿੱਚ ਇਹ ਜਿੰਨੀ ਫ੍ਰਿਕਸ਼ਨ ਹੈ, ਵਿਵਾਦੇ, ਝਗੜੇ ਨੇ, ਮਨਾਂ ਦੀਆਂ ਦੂਰੀਆਂ ਨੇ, ਗਲਤ ਫਹਿਮੀਆਂ ਨੇ, ਸਾਰੀਆਂ ਇਹਦੇ ਵਿੱਚੋਂ ਪੈਦਾ ਹੁੰਦੀਆਂ ਨੇ। ਹਮ ਆਈ ਬਸਗਤ ਗੁਰ ਪ੍ਰਸਾਦੇ। ਸਾਡੇ ਤੇ ਕਿਰਪਾ ਕੀਤੀ ਗੁਰਬਾਣੀ ਦੇ ਅੰਦਰ ਜੋ ਗੁਰ ਸਰੂਪ ਹੈ, ਜੋ ਸੱਚਾ ਗਿਆਨ ਹੈ, ਰੱਬ ਦਾ ਸਰੂਪ, ਜਿਸ ਵਿੱਚ ਸਾਨੂੰ ਜ਼ਿੰਦਗੀ ਜਿਉਣ ਦਾ ਗੁਰ ਦਿੱਤਾ ਗਿਆ ਹੈ।
ਟੈਕਨੀਕ ਦੱਸੀ ਗਈ ਹੈ। ਜਿਨ੍ਹਾਂ ਨੇ ਉਸ ਗੁਰ ਸਰੂਪ ਨੂੰ ਮੰਨਣਾ, ਸੋਚ ਸੁਭਾਅ ਤੇ ਲਾਗੂ ਕਰਨਾ ਆਦਤ ਬਣਾ ਲਈ, ਉਹਨਾਂ ਤੇ ਗੁਰ ਸਰੂਪ ਦੀ ਕਿਰਪਾ ਹੋ ਗਈ। ਉਸ ਕਿਰਪਾ ਦੇ ਨਾਲ ਇਹ ਰੌਂਗ ਅਟੈਂਸ਼ਨ ਬੱਸ ਵਿੱਚ ਆ ਗਈ। ਨਿੰਦਾ ਚੁਗਲੀ ਕਰਨੀ ਬੜੀ ਚੰਗੀ ਲੱਗਦੀ ਸੀ, ਪਰ ਜਦੋਂ ਗੁਰ ਸਰੂਪ ਨੇ, ਗੁਰ ਪਾਤਸ਼ਾਹ ਦੀਆਂ ਸਿੱਖਿਆਵਾਂ ਨੇ, ਗੁਰਬਾਣੀ ਦੇ ਉਪਦੇਸ਼ਾਂ ਨੇ ਚੋਟ ਮਾਰੀ ਤੇ ਉਹਨੂੰ ਚੰਗੀਆਂ ਨਹੀਂ ਲੱਗਦੀਆਂ। ਉਹੀ ਖਿੱਚ ਬੱਸ ਵਿੱਚ ਆ ਗਈ। ਐਸਾ ਦੇਖ ਬੇਮੋਹਿਤ ਹੋਏ, ਨਹੀਂ ਤੇ ਇਹ ਐਸੀ ਹੈ, ਇਹਨੇ ਅੰਦਰ ਇਸ ਤਰ੍ਹਾਂ ਦੇ ਵਿਚਾਰ, ਇਸ ਤਰ੍ਹਾਂ ਦੀ ਸੋਚ ਪੈਦਾ ਕਰ ਦੇਣੀ ਹੈ, ਇਹਨੇ ਮਨ ਨੂੰ ਮੋਹ ਲੈਣਾ। ਵੱਡੇ ਵੱਡੇ ਇਸ ਅੰਦਰਲੀ ਖਿੱਚ ਦੇ ਨਾਲ ਮੋਹੇ ਗਏ। ਕੋਈ ਇਸ ਖਿੱਚ ਕਰਕੇ ਨਫ਼ਰਤ ਵਿੱਚ ਭਰ ਗਿਆ, ਕੋਈ ਇਸ ਖਿੱਚ ਕਰਕੇ ਹੰਕਾਰ ਪੈਦਾ ਹੋ ਗਿਆ। ਇਸੇ ਖਿੱਚ ਦੇ ਵਿੱਚੋਂ ਹੀ ਲੋਭ ਲਾਲਚ ਪੈਦਾ ਹੁੰਦਾ ਹੈ। ਇਸ ਖਿੱਚ ਦੇ ਵਿੱਚੋਂ ਹੀ ਜਿੰਨੀਆਂ ਬੁਰੀਆਂ ਆਦਤਾਂ ਨੇ ਉਹ ਪੈਦਾ ਹੁੰਦੀਆਂ ਨੇ। ਇਹ ਖਿੱਚ ਰੂਪੀ ਮਾਇਆ ਐਸੀ ਹੈ, ਸਾਧਕ ਸਿੱਧ ਸੁਰਦੇਵ ਮਨੁੱਖਾ, ਬਿਨ ਸਾਧੂ ਸਭ ਧਰੋਹਨ ਧਰੋਹੇ ਰਹਾਓ। ਸਾਧਨਾ ਕਰਨ ਵਾਲੇ ਦੇਵਤੇ, ਆਮ ਮਨੁੱਖ, ਸਿੱਧ ਲੋਕ, ਸਾਰੇ ਦੇ ਸਾਰੇ ਕਿਸੇ ਨਾ ਕਿਸੇ ਕਾਰਨ ਇਹ ਜਿਹੜੀ ਅੰਦਰਲੀ ਖਿੱਚ ਹੈ, ਇਸ ਖਿੱਚ ਕਰਕੇ ਦੂਜਿਆਂ ਦੀ ਨਿੰਦਾ ਕਰਨੀ, ਹੰਕਾਰ ਵਿਖਾਵੇ ਵਿੱਚ ਆਪਣੇ ਆਪ ਨੂੰ ਉੱਚਾ ਸਮਝਣਾ, ਦੂਸਰੇ ਨੂੰ ਨੀਵਾਂ ਸਮਝਣਾ, ਲੋਭ ਕਰ ਜਾਣਾ। ਇਹ ਗੁਰੂ ਪਾਤਸ਼ਾਹ ਦੀਆਂ ਸਿੱਖਿਆਵਾਂ ਤੋਂ ਬਿਨਾਂ, ਰੱਬੀ ਉਪਦੇਸ਼ ਤੋਂ ਬਿਨਾਂ, ਇਸ ਧਰੋਹਿਨ ਧੋਖਾ ਦੇਣ ਵਾਲੀ ਮਾਇਆ ਖਿੱਚ ਨੇ ਸਾਰਿਆਂ ਨੂੰ ਧੋਖਾ ਦੇ ਦਿੱਤਾ। ਆਖੋ ਵਾਹਿਗੁਰੂ। ਰਹਾਓ ਸੈਂਟਰਲ ਆਈਡੀਆ। ਇੱਕ ਫੇਰਾ ਹੈ ਉਦਾਸੀ, ਤਿੰਨ ਕਾਮ ਵਿਆਪੈ। ਜਿਹੜੇ ਲੋਕ ਘਰ-ਬਾਰ ਛੱਡ ਕੇ, ਦੁਨੀਆ ਤੋਂ ਉਪਰਾਮ ਹੋ ਕੇ ਉਦਾਸੀ ਬਣ ਕੇ ਵਿਚਰਦੇ, ਉਹਨਾਂ ਨੂੰ ਇਹ ਅੰਦਰਲੀ ਖਿੱਚ ਨੇ ਕਾਮ ਵਾਸ਼ਨਾਵਾਂ ਵਿੱਚ ਉਲਝਾ ਲਿਆ। ਇੱਕ ਸੰਚਾ ਹੈ ਗਿਰਹੀ, ਤਿੰਨ ਹੋਏ ਨਾ ਆਪੈ। ਇੱਕ ਉਹ ਜਿਹੜੇ ਦੁਨੀਆਦਾਰੀ ਵਿੱਚ ਉਲਝ ਗਏ, ਸੰਚੈ ਗਿਰਹੀ, ਧਨ ਪਦਾਰਥ ਇਕੱਠਾ ਕਰਨਾ, ਬਹੁਤ ਸਾਰਾ ਪੈਸਾ ਕਮਾ ਲਵਾਂ, ਬਹੁਤ ਸਾਰੀ ਪ੍ਰਾਪਰਟੀ ਬਣਾ ਲਵਾਂ, ਇਹ ਉਹਨਾਂ ਦੀ ਵੀ ਨਹੀਂ ਹੋ ਸਕੀ। ਰੌਂਗ ਅਟੈਂਸ਼ਨ ਨੇ ਉਹਨਾਂ ਦੇ ਅੰਦਰੋਂ ਵੀ ਜਿਹੜਾ ਅਸਲੀ ਆਪਾ ਸੀ, ਇਨਸਾਨੀਅਤ ਸੀ, ਉਹ ਗਵਾ ਲਈ। ਅੰਦਰੋਂ ਗੁਣ ਜਿਹੜੇ ਸੀ ਉਹ ਮਰ ਗਏ। ਅੰਦਰ ਉਲਝਣ ਤਾਣੀਆਂ, ਚਿੰਤਾਵਾਂ, ਦੁੱਖ ਪੈਦਾ ਹੋ ਗਏ। ਇੱਕ ਸਤੀ ਕਹਾਵੈ ਬਹੁਤ, ਤਿੰਨ ਬਹੁਤ ਕਲ ਪਾਵੈ। ਇੱਕ ਸਤੀ ਕਹਾਵੈ, ਤਿੰਨ ਬਹੁਤ ਕਲ ਪਾਵੈ। ਜਿਹੜੇ ਲੋਕ ਆਪਣੇ ਆਪ ਨੂੰ ਸਤੀ ਦੇ ਅਰਥ ਹੈ ਦਾਨੀ, ਦਾਨੀ ਕਹਾਉਂਦੇ ਸਨ, ਉਹਨਾਂ ਦੇ ਅੰਦਰ ਕਲਪਨਾ ਬਹੁਤ ਵੱਧ ਗਈ। ਛੋਟੀ ਛੋਟੀ ਗੱਲ ਤੇ ਕਲਪਨਾ, ਆਹ ਕਿਉਂ ਨਹੀਂ, ਉਹ ਕਿਉਂ ਨਹੀਂ। ਹਮ ਹਰ ਰਾਖੇ ਲਾਗੇ ਸਤਿਗੁਰ ਪਾਵੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਅਸੀਂ ਬਚੇ ਉਹ ਸਤਿਗੁਰ ਸਰੂਪ ਦੇ ਚਰਨੀ ਲੱਗ ਕੇ। ਸਤਿਗੁਰ ਸਰੂਪ ਸੱਚਾ ਗਿਆਨ ਹੈ, ਹਰ ਵਰਤਾਰੇ ਵਿੱਚ ਹੈ, ਹਰ ਵਰਤਾਰੇ ਵਿੱਚੋਂ ਸਿੱਖਿਆ ਜਾ ਸਕਦਾ। ਉਹ ਸਤਿਗੁਰ ਸਰੂਪ ਗੁਰਬਾਣੀ ਦੇ ਅੰਦਰੋਂ ਸਮਝਣਾ ਤੇ ਇਹ ਸਮਝ ਕੇ ਬਾਣੀ ਪੜ੍ਹਨੀ, ਸੁਣਨੀ, ਗਾਉਣੀ, ਵਿਚਾਰਨੀ। ਗੁਰੂ ਸਾਹਿਬ ਕਹਿ ਕੀ ਰਹੇ ਨੇ, ਉਹ ਜਿਹੜੀ ਆਵਾਜ਼ ਹੈ ਉਹ ਸਤਿਗੁਰ ਸਰੂਪ ਹੈ। ਉਸ ਵਿੱਚੋਂ ਜਿਹੜੇ ਉਪਦੇਸ਼ ਮਿਲਦੇ ਨੇ ਉਹ ਸਤਿਗੁਰੂ ਜੀ ਦੇ ਚਰਨ ਨੇ। ਉਹਨਾਂ ਚਰਨਾਂ ਨੂੰ ਲੱਗਣ ਦੇ ਅਰਥ ਹੈ ਉਸ ਨੂੰ ਮੰਨਣਾ, ਪ੍ਰੈਕਟੀਕਲ ਜਿਉਣਾ। ਸਤਿਗੁਰੂ ਜੀ ਕਹਿੰਦੇ ਅਸੀਂ ਉਸ ਸੱਚੇ ਗਿਆਨ ਦੇ ਉਪਦੇਸ਼ ਰੂਪੀ ਚਰਨਾਂ ਨਾਲ ਲੱਗੇ ਤੇ ਵਾਹਿਗੁਰੂ ਜੀ ਨੇ ਸਾਨੂੰ ਬਚਾ ਲਿਆ। ਅੰਦਰਲੀ ਖਿੱਚ ਤੋਂ, ਉਹ ਖਿੱਚ ਰੂਪੀ ਮਾਇਆ ਤੋਂ ਬਚਾ ਲਿਆ। ਤਪ ਕਰਤੇ ਤਪਸੀ ਭੁਲਾਏ। ਤਪ ਕਰਨ ਵਾਲੇ ਵੱਡੇ ਵੱਡੇ ਤਪਸਵੀ ਲੋਕ ਵੀ ਭੁੱਲੇ ਰਹੇ, ਉਲਝੇ ਰਹੇ। ਉਹ ਵੀ ਆਪਣੀਆਂ ਆਦਤਾਂ ਦੀ ਉਲਝਣ ਤਾਣੀ ਵਿੱਚੋਂ ਬਾਹਰ ਨਾ ਆ ਸਕੇ। ਪੰਡਿਤ ਮੋਹੇ ਲੋਭ ਸੁਭਾਏ। ਪੰਡਿਤ ਲੋਕ ਜਿਹੜੇ ਵਿਦਵਾਨ, ਜਿਨ੍ਹਾਂ ਕੋਲ ਬਹੁਤ ਸਾਰਾ ਗਿਆਨ ਸੀ, ਉਹ ਆਪਣੇ ਸਵਾਰਥ ਤੇ ਲੋਭ ਦੇ ਵਿੱਚ ਫਸ ਗਏ। ਇਹ ਲੋਭ ਪੈਦਾ ਹੋ ਜਾਣਾ ਮਾਇਆ ਹੈ, ਨਫ਼ਰਤ ਪੈਦਾ ਹੋ ਜਾਣੀ ਮਾਇਆ ਹੈ, ਨਿੰਦਾ ਦੀ ਆਦਤ ਬਣ ਜਾਣੀ ਮਾਇਆ ਹੈ, ਸਵਾਰਥ ਵਿੱਚ, ਚਾਪਲੂਸੀਆਂ ਵਿੱਚ ਇੱਕ ਦੂਜੇ ਤੋਂ ਕੰਮ ਲੈਣਾ, ਚੁਸਤ ਚਲਾਕੀਆਂ ਵਰਤਣੀਆਂ, ਇਹ ਸਭ ਮਾਇਆ ਹੈ।
ਸਤਿਗੁਰੂ ਜੀ ਕਹਿੰਦੇ ਸਭ ਨੂੰ ਇਸ ਨੇ ਮੋਹਿਆ। ਤ੍ਰੈ ਗੁਣ ਮੋਹਿਆ ਆਕਾਸ਼। ਇਹ ਹੁਣ ਇੱਥੇ ਸਿੰਬੋਲਿਕ ਸ਼ਬਦ ਨੇ। ਤ੍ਰੈ ਗੁਣ ਦੇ ਅਰਥ ਹੈ ਤਿੰਨਾਂ ਗੁਣਾਂ ਵਿੱਚ ਜਿਉਣ ਵਾਲੇ, ਰਜੋ ਤਮੋ ਸਤੋ ਵਿੱਚ ਜਿਉਣ ਵਾਲੇ ਆਮ ਮਨੁੱਖ। ਤੇ ਆਕਾਸ਼, ਜਿਹੜੇ ਲੋਕ ਗੁਣਾਂ ਵਾਲੇ ਹੁੰਦੇ ਸੀ, ਜਿਨ੍ਹਾਂ 'ਚ ਦੇਖਦੇ ਸੀ ਬਹੁਤ ਗੁਣ ਨੇ, ਗੁਣਾਂ ਨੂੰ ਵਰਤਦੇ ਨੇ, ਤੇ ਉਹਨਾਂ ਬਾਰੇ ਸ਼ਬਦ ਵਰਤਿਆ ਜਾਂਦਾ ਸੀ ਇਹ ਤੇ ਜੀ ਆਕਾਸ਼ੀ ਉਡਾਰੀਆਂ ਵਿੱਚ ਜਿਉਣ ਵਾਲੇ ਨੇ। ਭਾਵ ਇਹਨਾਂ ਦੀ ਸੋਚ ਉੱਚੀ ਹੈ। ਭਾਵੇਂ ਉਹ ਗੁਣਾਂ ਵਾਲੇ ਜਿਨ੍ਹਾਂ ਨੂੰ ਦੇਵਤੇ ਕਿਹਾ ਸੀ ਉਹ ਸਨ, ਚਾਹੇ ਆਮ ਇਹਨਾਂ ਗੁਣਾਂ ਵਿੱਚ ਫਸੇ ਹੋਏ ਲੋਕ, ਸਾਰਿਆਂ ਨੂੰ ਇਸ ਨੇ ਮੋਹਿਆ ਹੋਇਆ। ਚੰਗਾ ਹੋਣਾ, ਦਾਨੀ ਹੋਣਾ, ਧਰਮੀ ਹੋਣਾ ਉਹਦੇ ਕਰਮਾਂ ਤੋਂ ਮਹਿਸੂਸ ਹੁੰਦਾ ਹੈ ਧਰਮੀ ਹੈ। ਪਰ ਕੀ ਕਿਤੇ ਨਿੰਦਕ ਤਾਂ ਨਹੀਂ, ਕਿਤੇ ਚੁਸਤ ਚਲਾਕੀਆਂ ਵਰਤ ਕੇ ਕੰਮ ਤਾਂ ਨਹੀਂ ਕਰ ਰਿਹਾ, ਕਿਤੇ ਚਾਪਲੂਸੀਆਂ ਦੇ ਨਾਲ ਆਪਣੇ ਕਾਰਜ ਤਾਂ ਨਹੀਂ ਸੰਵਾਰ ਰਿਹਾ, ਕਿਤੇ ਨਫ਼ਰਤ ਦੇ ਨਾਲ ਧੜੇਬੰਦੀਆਂ 'ਚ ਤਾਂ ਨਹੀਂ ਪਿਆ। ਪਤਾ ਤਾਂ ਇੱਥੇ ਲੱਗੇਗਾ ਜੇ ਆਦਤਾਂ 'ਚ ਇਹ ਚੀਜ਼ਾਂ ਬੈਠੀਆਂ ਨੇ, ਨਿੰਦਾ ਦਾ ਸੁਭਾਅ ਬੈਠਾ ਹੈ, ਚੁਸਤ ਚਲਾਕੀਆਂ ਬੈਠੀਆਂ, ਧੜੇਬੰਦੀਆਂ ਨੇ, ਲੋਕ ਲਾਜ ਹੈ, ਹੰਕਾਰ ਵਿਖਾਵਾ ਹੈ, ਤੇ ਮਾਇਆ ਵਿੱਚ ਮੋਹਿਆ ਗਿਆ। ਅੰਦਰ ਮਾਇਆ। ਹਮ ਸਤਿਗੁਰ ਰਾਖੇ ਦੇ ਕਰ ਹਾਥ। ਤੇ ਸਾਨੂੰ ਉਹ ਸਤਿਗੁਰ ਸਰੂਪ ਨੇ, ਸੱਚੇ ਗਿਆਨ ਨੇ ਬਚਾ ਲਿਆ। ਉਹ ਸਤਿਗੁਰ ਸਰੂਪ ਦਾ, ਸੱਚੇ ਗਿਆਨ ਦਾ ਹੱਥ ਕਿਹੜਾ ਹੈ? ਉਹ ਹੈ ਸੱਚੇ ਗਿਆਨ ਦੇ ਨਾਲ ਪ੍ਰੀਤ, ਰੱਬੀ ਉਪਦੇਸ਼ ਦੇ ਨਾਲ ਪ੍ਰੀਤ। ਪ੍ਰੀਤ ਮਿਲੀ, ਪ੍ਰੇਮ ਬਣਿਆ, ਪ੍ਰੇਮ ਹੱਥ ਹੈ। ਜਿਸ ਮਨ ਦਾ ਪ੍ਰੇਮ ਗੁਰੂ ਦੇ ਉਪਦੇਸ਼ਾਂ ਨਾਲ ਜਾਗ ਪਿਆ, ਉਹ ਮਨ ਦੀ ਬਿਰਤੀ ਬਦਲ ਜਾਂਦੀ ਹੈ। ਆਖੋ ਵਾਹਿਗੁਰੂ। ਗਿਆਨੀ ਕੀ ਹੋਏ ਵਰਤੀ ਦਾਸ। ਗਿਆਨਵਾਨ, ਉਹਨੇ ਸਾਂਝ ਪਾ ਲਈ ਵਾਹਿਗੁਰੂ ਜੀ ਦੇ ਨਾਲ, ਉਹਨੇ ਸਾਂਝ ਪਾ ਲਈ ਰੱਬ ਦੇ ਗੁਣਾਂ ਦੇ ਨਾਲ, ਉਹਨੇ ਸਾਂਝ ਪਾ ਲਈ ਵਾਹਿਗੁਰੂ ਜੀ ਦੇ ਨਿਯਮਾਂ ਦੇ ਨਾਲ। ਉਹ ਸਮਝ ਲਿਆ ਉਸਨੇ ਇਹ ਜਿਹੜੀ ਅੰਦਰਲੀ ਖਿੱਚ ਸੀ ਉਹਦੀ ਦਾਸੀ ਬਣ ਗਈ। ਹੁਣ ਪੈਸਾ ਕਮਾਉਂਦਾ ਹੈ, ਅੰਦਰ ਖਿੱਚ ਕੀ ਹੈ? ਇਹਦੇ 'ਚੋਂ ਦਸਵੰਧ ਕੌਮ ਦੇ ਭਲੇ ਲਈ ਲਾਉਣਾ। ਉਹ ਖਿੱਚ ਦਾਸੀ ਬਣ ਗਈ। ਸਤਿਕਾਰ ਬਣਿਆ, ਲੋਕ ਪ੍ਰਭਾਵਿਤ ਹੁੰਦੇ ਨੇ। ਅੰਦਰ ਇੱਕ ਖਿੱਚ ਬਣੀ ਕਿ ਜੋ ਲੋਕ ਪ੍ਰਭਾਵਿਤ ਹੁੰਦੇ ਨੇ ਉਹਨਾਂ ਦੀ ਸੋਚ ਬਦਲੀ ਜਾਵੇ, ਉਹਨਾਂ ਦੀ ਸੋਚ ਉੱਚੀ ਕੀਤੀ ਜਾਵੇ, ਪਰਉਪਕਾਰ ਦੀ ਬਿਰਤੀ ਪੈਦਾ ਹੋ ਗਈ। ਇਸ ਲਈ ਉਹ ਅੰਦਰਲੀ ਖਿੱਚ ਦਾਸੀ ਬਣ ਗਈ। ਕਰ ਜੋੜੇ ਸੇਵਾ ਕਰੇ ਅਰਦਾਸ, ਇਹ ਸਿੰਬੋਲਿਕ ਸ਼ਬਦ ਹੈ। ਹੁਣ ਤੇ ਅੰਦਰਲੀ ਮਾਇਆ ਹੱਥ ਜੋੜ ਕੇ ਖੜੀ ਹੈ, ਬੇਨਤੀ ਕਰਦੀ ਹੈ, ਮੈਂ ਤੁਹਾਡੇ ਲਈ ਕੀ ਕਰਾਂ। ਭਾਵ ਹਰ ਹਾਲਾਤ, ਹਰ ਸਿਚੁਏਸ਼ਨ ਉਹਨਾਂ ਦੇ ਲਈ ਭਲੇ ਦੇ ਕਾਰਜ ਕਰਨ ਵਾਸਤੇ, ਪਰਉਪਕਾਰ ਦੇ ਕਾਰਜ ਕਰਨ ਵਾਸਤੇ ਸਹਾਈ ਹੁੰਦੇ ਨੇ। ਜੋ ਤੂੰ ਕਰਾਂ ਹੈ ਸੋ ਕਾਰ ਕਮਾਵਾਂ, ਕਿਉਂਕਿ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਸਮਰਪਿਤ ਹੁੰਦੇ ਨੇ, ਫੁੱਲੀ ਸਰੈਂਡਰ ਹੁੰਦੇ ਨੇ, ਡੈਡੀਕੇਟਡ ਹੁੰਦੇ ਨੇ। ਉਹ ਰੱਬ ਦੇ ਚਾਕਰ, ਰੱਬ ਦੇ ਜਨ ਬਣਦੇ ਨੇ, ਗੁਰੂ ਦੇ ਚਾਕਰ ਬਣਦੇ ਨੇ। ਤੇ ਫਿਰ ਰੱਬ ਦੇ ਹਰ ਉਪਦੇਸ਼, ਹਰ ਹਾਲਾਤ ਨੂੰ, ਜੋ ਵੀ ਜ਼ਿੰਦਗੀ 'ਚ ਹਾਲਾਤ ਪੈਦਾ ਹੁੰਦੇ ਨੇ, ਜੋ ਸਿਚੁਏਸ਼ਨ ਬਣਦੀ ਹੈ, ਉਹਨੂੰ ਰੱਬ ਦਾ ਹੁਕਮ ਸਮਝ ਕੇ ਉਹਦੇ ਵਿੱਚ ਦੀ ਜੂਝਦੇ ਨੇ। ਜਨ ਨਾਨਕ ਗੁਰਮੁਖ ਨੇੜ ਨਾ ਆਵੈ। ਇਹ ਨਾਨਕ ਜੀ, ਜਿਹੜੇ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ਾਂ ਨੂੰ ਜ਼ਿੰਦਗੀ ਵਿੱਚ ਪ੍ਰੈਕਟੀਕਲ ਜਿਉਂਦੇ ਨੇ, ਉਹ ਚਾਕਰ ਬਣ ਜਾਂਦੇ ਨੇ, ਜਨ ਸੇਵਕ ਬਣ ਜਾਂਦੇ ਨੇ। ਇਹ ਫਿਰ ਅੰਦਰਲੀ ਖਿੱਚ ਰੂਪੀ ਮਾਇਆ ਉਹਨਾਂ ਦੇ ਨੇੜੇ ਨਹੀਂ ਆਉਂਦੀ। ਆਸਾ ਮਹੱਲਾ ਪੰਜਵਾਂ। ਆਸਾ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਬਦ ਹੈ। ਹੁਣ ਅੰਦਰਲਾ ਜੋ ਸੋਚ ਸੁਭਾਅ ਦਾ ਸਿਸਟਮ ਹੈ, ਇਸ ਨੂੰ ਸਮਝਾਉਣ ਵਾਸਤੇ ਪਰਿਵਾਰਕ ਰਿਸ਼ਤਿਆਂ ਦਾ ਉਦਾਹਰਨ ਦਿੱਤੀ ਹੈ। ਪਰਿਵਾਰ ਦੇ ਵਿੱਚ ਸੱਸ ਹੈ, ਦਰਾਣੀ ਜਠਾਣੀ ਹੈ, ਫਿਰ ਜੇਠ ਦੀ ਘਰ ਵਿੱਚ ਪੁੱਗਦੀ ਹੈ, ਜਿਵੇਂ ਜੇਠ ਕਹਿੰਦਾ ਸਾਰੇ ਮੰਨਦੇ ਨੇ। ਇਸ ਤਰ੍ਹਾਂ ਦੇ ਪਰਿਵਾਰਕ ਸਟਰਕਚਰ ਨੂੰ ਉਦਾਹਰਨ ਬਣਾ ਕੇ ਸਿਖਾ ਰਹੇ ਨੇ। ਸੱਸੂ ਤੇ ਪਿਰ ਕੀਨੀ ਵਾਖ, ਕਹਿੰਦੇ ਮੇਰੇ ਅੰਦਰ ਆ ਜਿਹੜਾ ਸੁਭਾਅ ਸੀ, ਨਿੰਦਾ ਕਰਨ ਦਾ ਸੁਭਾਅ, ਲੋਭ ਲਾਲਚ ਵਾਲਾ ਸੁਭਾਅ, ਸਵਾਰਥੀ, ਹੰਕਾਰੀ, ਲੋਭੀ, ਕ੍ਰੋਧੀ, ਇਸ ਸੁਭਾਅ ਨੂੰ ਪੈਦਾ ਕਰਨ ਵਾਲੀ ਸੀ ਮੇਰੀ ਅਗਿਆਨਤਾ, ਮੇਰੀ ਨਾ ਸਮਝੀ। ਉਹ ਨਾ ਸਮਝੀ ਨੇ ਮੇਰੇ ਸੁਭਾਅ ਨੂੰ ਜਨਮ ਦਿੱਤਾ ਸੀ। ਇਹ ਮੇਰਾ ਮਨ ਜਿਹੜਾ ਸੀ ਇਹ ਪੁੱਤਰ ਹੈ, ਤੇ ਉਹ ਜਿਹੜੀ ਅਗਿਆਨਤਾ ਨਾ ਸਮਝੀ ਹੈ ਉਹ ਮੇਰੀ ਸੱਸ ਹੈ। ਪਹਿਲਾਂ ਤਾਂ ਰੱਬੀ ਉਪਦੇਸ਼ ਜਿਉਂ ਜ਼ਿੰਦਗੀ 'ਚ ਜਿਉਣੇ ਸ਼ੁਰੂ ਕੀਤੇ,
ਉਹ ਨਾ ਸਮਝੀ ਰੂਪੀ ਸੱਸ ਤੋਂ ਮੈਨੂੰ ਵੱਖ ਕਰ ਦਿੱਤਾ। ਦੇਰ ਜਠਾਣੀ ਮੂਈ ਦੁੱਖ ਸੰਤਾਪ। ਫਿਰ ਅੰਦਰ ਮੇਰੀ ਦਰਾਣੀ ਜਠਾਣੀ ਕੀ ਸੀ, ਮੇਰੇ ਅੰਦਰ ਇੱਛਾਵਾਂ ਸੀ, ਮੈਨੂੰ ਉਮੀਦਾਂ ਵੱਝਦੀਆਂ ਸੀ, ਆਹ ਮੈਨੂੰ ਮਿਲੇਗਾ, ਆਹ ਹੋਏਗਾ। ਉਹਦੇ 'ਚੋਂ ਮੈਨੂੰ ਤ੍ਰਿਸ਼ਨਾ ਜਾਗਦੀ ਸੀ, ਮਨ ਸੰਤੁਸ਼ਟੀ ਨਹੀਂ ਸੀ ਹੁੰਦਾ। ਇੰਨਾ ਕੁਛ ਪ੍ਰਾਪਤ ਕਰਕੇ ਵੀ ਨਾ ਸੰਤੁਸ਼ਟੀ ਅੰਦਰ। ਤੇ ਹੁਣ ਉਹ ਜਿਹੜੀ ਇੱਛਾਵਾਂ ਸੀ, ਉਹ ਜਿਹੜੀ ਤ੍ਰਿਸ਼ਨਾ ਸੀ, ਉਹਦਾ ਹੁਣ ਬਸ ਨਹੀਂ ਚੱਲਦਾ। ਦੁਖੀ ਹੋ ਕੇ ਕਲਪਦੀ ਹੋਈ ਉਹ ਮਰ ਗਈ, ਕਿਉਂਕਿ ਹੁਣ ਤੇ ਇੱਛਾਵਾਂ ਨਵੀਆਂ ਜਨਮ ਲੈ ਲਈਆਂ। ਹੁਣ ਕੁਛ ਪ੍ਰਾਪਤ ਕਰਨ ਦੀ ਇੱਛਾ ਨਹੀਂ ਹੈ, ਹੁਣ ਤੇ ਕੁਛ ਦੂਸਰਿਆਂ ਲਈ ਕਰਨ ਦੀ ਇੱਛਾ ਹੈ। ਕਰਕੇ ਜਠੇਰੇ ਕੀ ਚੂਕੀ ਕਾਣ। ਉਹ ਜਿਹੜਾ ਅੰਦਰ ਸੁਭਾਅ ਸੀ, ਜਿਹਦਾ ਰਾਜ ਚੱਲਦਾ ਸੀ, ਜਿਹੜਾ ਧਰਮ ਰਾਜਾ ਬਣਿਆ ਬੈਠਾ ਸੀ, ਉਸੇ ਦਾ ਨਿਜ਼ਮ ਚੱਲਦਾ ਸੀ, ਹੁਣ ਉਹਦੀ ਆਕੜ ਜਿਹੜੀ ਹੈ ਉਹ ਚੱਲਦੀ ਨਹੀਂ। ਆਖੋ ਵਾਹਿਗੁਰੂ, ਕਿਉਂਕਿ ਹੁਣ ਉਹ ਸੁਭਾਅ ਦੀ ਨਹੀਂ ਚੱਲਦੀ, ਹੁਣ ਤਾਂ ਸੁਭਾਅ ਬਦਲ ਗਿਆ। ਗੁਰਮੁਖ ਸੁਭਾਅ ਗੁਰੂ ਪਾਤਸ਼ਾਹ ਨੇ ਦੇ ਦਿੱਤਾ। ਫਿਰ ਰੱਖਿਆ ਕੀਨੀ ਸੁਗੜ ਸੁਜਾਨ। ਪਤੀ ਪਰਮਾਤਮਾ ਵਾਹਿਗੁਰੂ ਜੀ ਸੁਗੜ ਸੁਜਾਨ ਨੇ, ਉਹਨਾਂ ਨੇ ਮੇਰੇ ਸੁਭਾਅ ਦੀ ਰੱਖਿਆ ਕੀਤੀ। ਕਿਵੇਂ ਕੀਤੀ? ਸੱਚੇ ਗਿਆਨ ਰਾਹੀਂ। ਸੱਚਾ ਗਿਆਨ ਕਿੱਥੋਂ ਮਿਲਿਆ? ਗੁਰੂ ਸਾਹਿਬ ਰਾਹੀਂ। ਗੁਰੂ ਸਾਹਿਬ ਨੇ ਕਿਵੇਂ ਦਿੱਤਾ? ਗੁਰ ਸਰੂਪ ਰਾਹੀਂ, ਉਪਦੇਸ਼ ਰਾਹੀਂ। ਸ਼ੁਕਰ ਵਾਹਿਗੁਰੂ ਜੀ ਦਾ। ਸੁਣੋ ਲੋਕਾ, ਮੈਂ ਪ੍ਰੇਮ ਰਸ ਪਾਇਆ। ਇਹ ਦੁਨੀਆ ਦੇ ਲੋਕੋ ਸੁਣੋ, ਮੈਨੂੰ ਆਪਣੇ ਗੁਰੂ ਪਿਤਾ ਜੀ ਦੇ ਨਾਲ ਪ੍ਰੇਮ ਬਣਿਆ ਤੇ ਉਸ ਪ੍ਰੇਮ ਦਾ ਇੱਕ ਰਸ ਪ੍ਰਾਪਤ ਹੋਇਆ। ਬਸ ਉਸ ਰਸ ਵਿੱਚ ਜਿਉਣਾ। ਦੁਨੀਆ ਦੇ ਦੁੱਖ ਨਹੀਂ ਮਹਿਸੂਸ ਹੁੰਦੇ, ਦੁਨੀਆ ਦਾ ਵਿਰੋਧ ਨਹੀਂ ਮਹਿਸੂਸ ਹੁੰਦਾ। ਮੈਨੂੰ ਆਪਣੇ ਪਿਆਰੇ ਦੇ ਪ੍ਰੇਮ ਰਸ ਵਿੱਚ ਜਿਉਣਾ ਆ ਗਿਆ। ਦੁਰਜਨ ਮਾਰੇ ਵੈਰੀ ਸੰਘਾਰੇ, ਸਤਿਗੁਰ ਮੋਕੋ ਹਰ ਨਾਮ ਦਿਵਾਇਆ ਰਹਾਓ। ਉਹ ਸਤਿਗੁਰ ਸਰੂਪ ਨੇ, ਸੱਚੇ ਗਿਆਨ ਨੇ। ਗੁਰਬਾਣੀ ਅੰਦਰ ਜੋ ਗੁਰੂ ਸਾਹਿਬ ਕਹਿ ਕੀ ਰਹੇ ਨੇ, ਜੋ ਰੱਬ ਦੀ ਆਵਾਜ਼ ਹੈ, ਜੋ ਗੁਰੂ ਦੀ ਆਵਾਜ਼ ਹੈ, ਉਹ ਸੱਚਾ ਗਿਆਨ ਹੈ, ਸਤਿਗੁਰ ਸਰੂਪ ਹੈ। ਉਹਨੇ ਮੈਨੂੰ ਰੱਬੀ ਉਪਦੇਸ਼ ਦਿੱਤਾ, ਦਿਵਾਇਆ। ਰੱਬ ਦਾ ਉਪਦੇਸ਼ ਜੋ ਅੰਦਰੋਂ ਗੂੰਜਦਾ ਹੈ, ਉਹਦੇ ਨਾਲ ਜਿਹੜੇ ਮੇਰੇ ਅੰਦਰ 5 ਵਿਕਾਰ ਰੂਪੀ ਵੈਰੀ ਸਨ, ਤੇ ਇਹਦੇ ਵਿੱਚੋਂ ਪੈਦਾ ਹੋਈਆਂ ਆਦਤਾਂ, ਵਿਚਾਰ, ਉਹ ਜਿਹੜੇ ਦੋਖੀ ਸਨ ਮੇਰੇ ਦੁਰਜਨ, ਉਹ ਦੂਰ ਹੋ ਗਏ। ਰਹਾਓ ਸੈਂਟਰਲ ਆਈਡੀਆ ਹੈ। ਪ੍ਰਥਮੇ ਤਿਆਗੀ ਹਉਮੈ ਪ੍ਰੀਤ। ਹੋਇਆ ਕਿਵੇਂ? ਪਹਿਲਾਂ ਤਾਂ ਮੈਨੂੰ ਆਪਣੇ ਸੁਭਾਅ ਦੇ ਨਾਲ ਬੜੀ ਪ੍ਰੀਤ ਸੀ। ਮੈਨੂੰ ਲੱਗਦਾ ਸੀ ਮੇਰਾ ਸੁਭਾਅ ਪਰਫੈਕਟ ਹੈ, ਮੇਰੇ ਸੁਭਾਅ ਦੇ ਉਲਟ ਕੋਈ ਦੱਸੇ ਨਾ ਮੈਨੂੰ ਆਪਣੀ ਸੋਚ ਪਰਫੈਕਟ ਲੱਗਦੀ ਸੀ। ਉਹ ਜਿਹੜੀ ਹਉਮੈ ਦੀ ਪ੍ਰੀਤ ਸੀ, ਉਹ ਹੰਕਾਰ ਸੀ, ਉਹ ਕਿਉਂਕਿ ਪਰਫੈਕਟ ਕੋਈ ਬਣਾਇਆ ਹੀ ਨਹੀਂ ਵਾਹਿਗੁਰੂ ਜੀ ਨੇ। ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਜਦੋਂ ਸੋਚ ਸੁਭਾਅ ਤੇ ਹਉਮੈ ਦੀ ਪ੍ਰੀਤ ਟੁੱਟ ਗਈ, ਫਿਰ ਸਿੱਖਣ ਦੀ ਬਿਰਤੀ ਪੈਦਾ ਹੋ ਗਈ। ਪਹਿਲਾਂ ਤਾਂ ਹਉਮੈ ਦੀ ਪ੍ਰੀਤ ਟੁੱਟੀ। ਦੁਤੀਆ ਤਿਆਗੀ ਲੋਗਾ ਰੀਤ। ਫਿਰ ਜਿਹੜੀ ਲੋਕ ਲਾਜ, ਦੁਨੀਆ ਨੂੰ ਖੁਸ਼ ਕਰਨਾ, ਲੋਕਾਂ ਨੂੰ ਸਾਹਮਣੇ ਰੱਖ ਕੇ ਫੈਸਲੇ ਲੈਣੇ, ਲੋਕਾਂ ਦੇ ਭੈ ਵਿੱਚ, ਲੋਕਾਂ ਦੇ ਡਰ ਵਿੱਚ, ਲੋਕ ਕੀ ਕਹਿਣਗੇ ਫੈਸਲੇ ਲੈਣੇ, ਇਹ ਲੋਕ ਲਾਜ ਵੀ ਅੰਦਰੋਂ ਖਤਮ ਹੋ ਗਈ। ਤ੍ਰੈ ਗੁਣ ਤਿਆਗ ਦੁਰਜਨ ਮੀਤ ਸਮਾਨੇ। ਅੰਦਰੋਂ ਜਿਹੜੇ 3 ਗੁਣ, ਰਜੋ ਤਮੋ ਸਤੋ, ਹਰ ਵੇਲੇ ਕੁਝ ਲੈਣ ਦੀ ਬਿਰਤੀ ਤਮੋ, ਫਿਰ ਦੂਜਿਆਂ ਤੇ ਪ੍ਰਭਾਵ ਪਾਉਣ ਦੀ ਬਿਰਤੀ ਰਜੋ ਗੁਣ, ਧਰਮ ਦੀ ਦੁਨੀਆ ਵਿੱਚ ਵੀ ਧਰਮ ਦੇ ਕਰਮ ਕਰਨੇ, ਮੈਨੂੰ ਆਹ ਮਿਲੇ, ਮੈਨੂੰ ਆਹ ਮਿਲੇ। ਇਹ ਜਦੋਂ 3 ਗੁਣ ਮੇਰੇ ਤਿਆਗੇ ਗਏ ਅੰਦਰੋਂ, ਤੇ ਹੁਣ ਮੈਨੂੰ ਦੁਰਜਨ ਮੀਤ, ਹੁਣ ਮੇਰੇ ਲਈ ਇੱਕੋ ਜਿਹੇ ਨੇ ਸੱਜਣ ਮਿੱਤਰ, ਸਮਦ੍ਰਿਸ਼ਟੀ ਪੈਦਾ ਹੋ ਗਈ। ਤੁਰਿਆ ਗੁਣ ਮਿਲ ਸਾਧ ਪਛਾਣੇ। ਜਦੋਂ ਇਹ ਰਜੋ ਤਮੋ ਸਤੋ ਤੋਂ ਰਹਿਤ ਹੋ ਕੇ ਜਿਹੜੀ ਅਵਸਥਾ, ਉਹ ਤੁਰਿਆ ਗੁਣ ਹੈ। ਕਰਮ ਕਰਨੇ ਨੇ, ਜ਼ਿੰਮੇਵਾਰੀਆਂ ਸਮਝ ਕੇ ਲੈਣ ਦੀ ਬਿਰਤੀ ਨਾਲ ਨਹੀਂ। ਜੋ ਕੋਲ ਹੈ ਉਹਦਾ ਲੋਕਾਂ ਦੇ ਲਈ ਪਰਉਪਕਾਰ ਕਰਨਾ, ਕੋਈ ਪ੍ਰਭਾਵ ਪਾਉਣ ਦੀ ਬਿਰਤੀ ਨਹੀਂ। ਫਿਰ ਗੁਰਬਾਣੀ ਪੜ੍ਹਨੀ ਸਿੱਖਣ ਦੀ ਬਿਰਤੀ ਨਾਲ, ਧਰਮ ਦੇ ਕਰਮ ਕਰਨੇ ਸਿੱਖਣ ਦੀ ਬਿਰਤੀ ਨਾਲ ਅੰਦਰੋਂ ਰਜੋ ਤਮੋ ਸਤੋ ਨਿਕਲ ਗਈ ਤੇ ਤੁਰਿਆ ਗੁਣ ਇਸ ਨੂੰ ਕਹਿੰਦੇ ਨੇ। ਬਚ ਗਿਆ ਇਸ ਤੋਂ। ਕਿਵੇਂ? ਮਿਲ ਸਾਧ ਪਛਾਣੇ। ਗੁਰੂ ਨੂੰ ਮਿਲ ਕੇ, ਗੁਰੂ ਪਾਤਸ਼ਾਹ ਦੇ ਉਪਦੇਸ਼ਾਂ ਨੂੰ ਜ਼ਿੰਦਗੀ 'ਚ ਜਿਉਂ ਕੇ ਇਹ ਪਹਿਚਾਣ ਆਈ, ਸਮਝ ਆਈ। ਫਿਰ ਇੱਕ ਬੜੀ ਵੱਡੀ ਦਾਤ ਮਿਲੀ ਅੰਦਰ, ਸਹਿਜ ਗੁਫਾ ਮੈਂ ਆਸਣ ਬਾਂਧਿਆ। ਭਗਤੀ ਕਿਵੇਂ ਕੀਤੀ? ਕਿਉਂਕਿ ਭਗਤੀ ਤਾਂ ਮਨ ਨੇ ਕਰਨੀ ਹੈ।
ਮਨ ਦੀ ਗੁਫਾ ਕਿਹੜੀ ਹੈ? ਸਹਿਜ ਅਵਸਥਾ। ਸਹਿਜ ਅਵਸਥਾ ਆ ਗਈ। ਇਹੋ ਹੀ ਆਸਣ ਹੈ। ਅਡੋਲਤਾ ਵਿੱਚ ਜੋਤ ਸਰੂਪ ਅਨਾਹਦ ਵਾਜਿਆ। ਅੰਦਰ ਸੱਚੇ ਗਿਆਨ ਦੀ ਜੋਤ ਨੇ। ਉਪਦੇਸ਼ ਰੂਪੀ ਅਨਹਦ ਨਾਦ ਵੱਜਦਾ ਹੈ। ਉਹ ਸੱਚਾ ਗਿਆਨ ਮੈਨੂੰ ਰਹਿਨਮਾਈ ਕਰਦਾ, ਮੈਂ ਕੀ ਕਰਨਾ ਹੈ। ਗੁਰਮਤਿ ਵਿੱਚ ਸਹਿਜ ਦਾ ਗੁਣ ਸਮਾਧੀ ਹੈ। ਗੁਰੂ ਦੇ ਉਪਦੇਸ਼ ਅਨੁਸਾਰ ਫੈਸਲਾ ਲੈਣਾ ਅਨਹਦ ਨਾਦ ਹੈ। ਇਹਦੇ 'ਚ ਜਿਹੜੀ ਪ੍ਰਾਪਤੀ ਹੁੰਦੀ ਹੈ ਮਹਾ ਆਨੰਦ, ਗੁਰ ਸ਼ਬਦ ਵਿਚਾਰ। ਫਿਰ ਉਸ ਜੋ ਗੁਰ ਦਿੱਤਾ ਗਿਆ ਗੁਰਬਾਣੀ ਦੇ ਅੰਦਰ, ਜੋ ਗੁਰ ਸਰੂਪ ਹੈ, ਜ਼ਿੰਦਗੀ ਜਿਉਣ ਦੀ ਟੈਕਨੀਕ, ਜੁਗਤ, ਜ਼ਿੰਦਗੀ ਜਿਉਣ ਦਾ ਗੁਰ, ਉਹਦੇ ਵਿੱਚ ਜਿਹੜੇ ਉਪਦੇਸ਼ ਨੇ, ਸ਼ਬਦ ਨੇ, ਉਹਦੀ ਵਿਚਾਰ ਕਰਨ ਦੇ ਅਰਥ ਹੈ ਮੰਨਣਾ। ਉਸ ਮੰਨਣ ਦੇ ਨਾਲ ਅੰਦਰ ਇੱਕ ਸੰਤੁਸ਼ਟੀ ਪੈਦਾ ਹੁੰਦੀ ਹੈ, ਸ਼ੁਕਰਾਨਾ ਜਾਗਦਾ ਹੈ, ਅੰਦਰ ਇੱਕ ਆਨੰਦ ਬਣਦਾ। ਉਸ ਨੂੰ ਮਹਾ ਆਨੰਦ ਕਿਹਾ। ਪ੍ਰਿਆ ਸਿਉ ਰਾਤੀ ਧਨ ਸੁਹਾਗਣ ਨਾਰ। ਇਹ ਜਦੋਂ ਆਪਣੇ ਪਿਆਰੇ ਪਤੀ ਪ੍ਰਭੂ ਦੇ ਨਾਲ, ਵਾਹਿਗੁਰੂ ਜੀ ਦੇ ਨਾਲ ਇਹ ਮੱਤ ਪਿਆਰ ਵਿੱਚ ਭਿੱਜ ਜਾਂਦੀ ਹੈ, ਰਾਤੀ ਰੰਗੀ ਜਾਂਦੀ ਹੈ, ਇਹ ਸੁਹਾਗਣ ਨਾਰ ਬਣ ਜਾਂਦੀ ਹੈ। ਬੜੀ ਸੋਹਣੀ ਮੱਤ ਬਣ ਜਾਂਦੀ ਹੈ, ਉਸ ਨੂੰ ਗੁਰਮਤਿ ਕਹਿੰਦੇ। ਅਸੀਂ ਇਹ ਪ੍ਰਾਪਤ ਕਰਨੀ ਹੈ। ਜਨ ਨਾਨਕ ਬੋਲੇ ਬ੍ਰਹਮ ਵਿਚਾਰ। ਜਨ ਬਣ ਕੇ, ਠਾਕਰ ਬਣ ਕੇ ਨਾਨਕ ਜੀ ਇਹ ਬ੍ਰਹਮ ਦੀ ਵਿਚਾਰ ਸਾਨੂੰ ਦੱਸਦੇ ਨੇ। ਇਹ ਰੱਬੀ ਵਿਚਾਰ ਹੈ। ਜੋ ਸੁਣੈ ਕਮਾਵੈ ਸੋ ਉਤਰੈ ਭਾਰ। ਜਿਹੜਾ ਇਸ ਵਿਚਾਰ ਨੂੰ ਸੁਣਦਾ ਹੈ ਤੇ ਮੰਨਦਾ ਹੈ, ਕਮਾਉਣ ਦੇ ਅਰਥ ਹੈ ਉਹਦੀਆਂ ਆਦਤਾਂ ਪੱਕ ਜਾਂਦੀਆਂ ਨੇ ਇਸ ਤਰ੍ਹਾਂ ਜਿਉਣ ਦੀਆਂ। ਉਹ ਇਸ ਸੰਸਾਰ ਸਮੁੰਦਰ ਦੇ ਵਿੱਚ ਬੁਰੀਆਂ ਆਦਤਾਂ 'ਚ ਡੁੱਬਣ ਤੋਂ ਬਚ ਜਾਂਦਾ ਔਰ ਪਾਰ ਹੋ ਜਾਂਦਾ। ਜਨਮ ਨ ਮਰੈ ਨ ਆਵੈ ਨ ਜਾਏ। ਨਾ ਉਹਦੇ ਅੰਦਰ ਗੁਣਾਂ ਦੀ ਮੌਤ ਤੇ ਔਗਣਾਂ ਦਾ ਜਨਮ ਹੁੰਦਾ ਹੈ, ਤੇ ਨਾ ਹੀ ਉਹ ਔਗਣਾਂ ਦੇ ਰਸਾਂ ਵੱਲ ਉਹਦਾ ਆਵਣਾ ਤੇ ਕਦੀ ਗੁਣਾਂ ਵੱਲ ਜਾਵਣਾ। ਇੱਦਾਂ ਉਹ ਭਟਕਦਾ ਨਹੀਂ, ਦੁਬਦਾ ਵਿੱਚ ਨਹੀਂ ਜਿਉਂਦਾ। ਉਹ ਅਡੋਲ ਬਣ ਕੇ ਆਪਣੇ ਮਿਸ਼ਨ ਤੇ ਜਿਉਂਦਾ ਹੈ। ਹਰ ਸੇਤੀ ਉਹ ਰਹਾ ਸਮਾਏ। ਉਹ ਹਰ ਵੇਲੇ ਰੱਬ ਦੇ ਪਿਆਰ ਵਿੱਚ ਮਨ ਸਮਾਇਆ ਰਹਿੰਦਾ ਹੈ, ਭਿੱਜਿਆ ਰਹਿੰਦਾ ਹੈ। ਆਸਾ ਮਹੱਲਾ ਪੰਜਵਾਂ। ਆਸਾ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਅਗਲਾ ਸ਼ਬਦ। ਨਿਜ ਭਗਤੀ ਸੀਲਵੰਤੀ ਨਾਰ। ਅਜੇ ਉੱਪਰ ਦੱਸਿਆ ਗਿਆ ਜਿਹਨੂੰ ਇਹ ਨਿਜ ਭਗਤੀ ਕਰਨੀ ਆ ਗਈ, ਜਿਹਨੂੰ ਇਹ ਜੀਵਨ ਜਿਉਣਾ ਆ ਗਿਆ, ਉਹਦੀ ਮੱਤ ਸੀਲਵੰਤੀ ਨਾਰ ਹੈ, ਗੁਣਾਂ ਵਾਲੀ ਹੈ, ਚੰਗੀ ਮੱਤ ਹੈ, ਸ੍ਰੇਸ਼ਟ ਮੱਤ ਹੈ। ਉਹਨੂੰ ਗੁਰਮਤਿ ਕਹਿੰਦੇ ਨੇ। ਰੂਪ ਅਨੂਪ ਪੂਰੀ ਆਚਾਰ। ਉਹ ਜਿਹੜੀ ਮੱਤ ਹੈ ਨਾ, ਬੜੀ ਸੋਹਣੀ ਹੈ। ਅਨੂਪ, ਉਪਮਾ ਨਹੀਂ ਉਹਦੇ ਵਰਗੀ ਕੀਤੀ ਜਾ ਸਕਦੀ। ਉਹਦੇ ਫੈਸਲੇ, ਉਹਦੀ ਸੋਚ ਦੂਜਿਆਂ ਵਰਗੀ ਨਹੀਂ ਹੁੰਦੀ, ਨਿਆਰੇ ਹੁੰਦੇ ਨੇ। ਨਿਆਰੇ ਮਨੁੱਖ ਨਿਆਰੀ ਸੋਚ ਦੇ ਧਾਰਨੀ ਹੁੰਦੇ ਨੇ। ਨਿਆਰੇ ਮਨੁੱਖਾਂ ਦਾ ਨਿਆਰਾ ਮਿਸ਼ਨ ਹੁੰਦਾ ਹੈ, ਉਹਨਾਂ ਦਾ ਇੱਕ ਵੱਖਰਾ ਵਿਜ਼ਨ ਹੁੰਦਾ, ਦੂਜਿਆਂ ਵਰਗੇ ਨਹੀਂ ਹੁੰਦੇ। ਉਹ ਜਿਹੜੀ ਮੱਤ ਹੈ ਪੂਰੀ ਆਚਾਰ, ਉਹਦੇ ਫੈਸਲੇ ਹਰ ਹਾਲਾਤ ਵਿੱਚ ਸਾਰਥਿਕ ਸਿੱਧ ਹੁੰਦੇ ਨੇ। ਜਿਤ ਗ੍ਰਹਿ ਬਸੈ ਸੋ ਗ੍ਰਹਿ ਸ਼ੋਭਾਵੰਤ। ਜਿਸ ਸੁਭਾਅ ਦੇ ਵਿੱਚ ਇਹ ਚੰਗੀ ਸੋਚ ਵਸਦੀ ਹੈ, ਉਹਦੇ ਹਿਰਦੇ ਦਾ ਘਰ, ਉਹਦਾ ਜੀਵਨ ਰੂਪੀ ਘਰ ਸ਼ੋਭਾ ਵਾਲਾ ਹੁੰਦਾ ਹੈ। ਉਸ ਜੀਵਨ ਦੀਆਂ ਵਡਿਆਈਆਂ ਹੁੰਦੀਆਂ ਨੇ। ਗੁਰਮੁਖ ਪਾਈ ਕਿਨੈ ਵਿਰਲੈ ਜਨਤਾ। ਇਹ ਜਿਹੜੀ ਸੋਚ ਹੈ ਨਾ, ਸੁਹਾਗਣ, ਪੂਰੀ ਆਚਾਰਵੰਤ, ਇਹ ਸ੍ਰੇਸ਼ਟ ਸੋਚ, ਉੱਚੀ ਸੋਚ, ਉੱਚੇ ਮਿਸ਼ਨ, ਉੱਚੇ ਨਿਸ਼ਾਨੇ ਵਾਲੀ ਸੋਚ, ਇਹ ਵਿਰਲਿਆਂ ਨੂੰ ਮਿਲਦੀ ਹੈ। ਆਖੋ ਵਾਹਿਗੁਰੂ। ਮਿਲਦੀ ਕਿਵੇਂ? ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਮੰਨ ਕੇ। ਸੋ ਕਰਨੀ ਕਾਮਨ ਗੁਰ ਮਿਲ ਹਮ ਪਾਈ। ਇਹ ਜਿਹੜੀ ਸ੍ਰੇਸ਼ਟ ਕਰਨੀ ਵਾਲੀ ਮੱਤ ਹੈ, ਚੰਗੇ ਫੈਸਲੇ ਲੈਣ ਵਾਲੀ ਮੱਤ ਹੈ, ਚੰਗੀ ਸੋਚ, ਚੰਗੇ ਵਿਜ਼ਨ ਵਾਲੀ ਮੱਤ ਹੈ, ਇਹ ਅਸੀਂ ਪ੍ਰਾਪਤ ਕੀਤੀ ਗੁਰ ਸਰੂਪ ਨੂੰ ਮਿਲ ਕੇ, ਗੁਰੂ ਦੇ ਉਪਦੇਸ਼ਾਂ ਨੂੰ ਜ਼ਿੰਦਗੀ 'ਚ ਪ੍ਰੈਕਟੀਕਲ ਮੰਨ ਕੇ। ਇਹ ਜਿਹੜੀ ਸੋਚ ਹੈ ਨਾ, ਜਜ ਕਾਜ ਪਰਥਾਏ ਸੁਹਾਈ ਰਹਾਉ, ਸੈਂਟਰਲ ਆਈਡੀਆ ਹੈ। ਜਜ ਕਾਜ, ਜਜ ਜਗਤ ਵਿੱਚ, ਕਾਜ ਵਿਆਹ ਸ਼ਾਦੀਆਂ ਵਿੱਚ। ਭਾਵ ਖੁਸ਼ੀ ਗਮੀ ਦੇ ਹਰ ਥਾਂ ਤੇ ਜਿੱਥੇ ਲੋਕ ਇਕੱਠੇ ਹੁੰਦੇ ਨੇ, ਉੱਥੇ ਇਹ ਸੋਚ ਫਿਰ ਸਾਰਿਆਂ ਦੇ ਉੱਪਰ ਛਾ ਜਾਂਦੀ ਹੈ। ਆਖੋ ਜੇ ਚਰ ਵਸੀ ਪਿਤਾ ਕੈ ਸਾਥ। ਜਿੰਨਾ ਚਿਰ ਫਿਰ ਇਹ ਜਿਹੜੀ ਸੋਚ ਹੈ ਆਪਣੇ ਗੁਰੂ ਦੇ ਅੰਗ ਸੰਗ, ਗੁਰੂ ਦੇ ਭੈ ਵਿੱਚ ਫੈਸਲੇ ਲੈਂਦੀ ਹੈ,
ਜਿੰਨਾ ਚਿਰ ਇਹ ਸੋਚ ਗੁਰੂ ਪਾਤਸ਼ਾਹ ਦੇ ਉਪਦੇਸ਼ਾਂ ਨੂੰ ਮੰਨਦੀ ਹੈ, ਇਹ ਚਰਕੰਤ ਬਹੁ ਫਿਰੈ ਉਦਾਸ, ਇਹ ਜਿਹੜਾ ਮਨ ਹੈ ਨਾ, ਫਿਰ ਦੁਨਿਆਵੀ ਰਸਾਂ ਕਸਾਂ ਤੋਂ ਉਪਰਾਮ ਹੋ ਕੇ ਇਸ ਪਾਸੇ ਤੁਰਿਆ ਰਹਿੰਦਾ ਹੈ। ਇਸ ਲਈ ਮਤ ਹਰ ਵੇਲੇ ਰੱਬ ਨੂੰ ਸਮਰਪਿਤ ਹੋਣੀ ਚਾਹੀਦੀ ਹੈ। ਹਰ ਵੇਲੇ ਗੁਰੂ ਦੇ ਉਪਦੇਸ਼ਾਂ ਅਨੁਸਾਰ ਫੈਸਲਾ ਲੈਣਾ। ਕਰ ਸੇਵਾ ਸਤਪੁਰਖ ਮਨਾਇਆ, ਇਹ ਜਦੋਂ ਸੇਵਾ ਕੀ ਹੈ? ਗੁਰ ਕੀ ਸੇਵਾ ਸ਼ਬਦ ਵਿਚਾਰ, ਹਉਮੈ ਮਾਰੇ ਕਰਨੀ ਸਾਰ। ਗੁਰੂ ਪਾਤਸ਼ਾਹ ਦੇ ਉਪਦੇਸ਼ਾਂ ਨੂੰ ਮੰਨਣਾ, ਇਹ ਸੇਵਾ ਹੈ। ਆਪਣੇ ਸੋਚ ਸੁਭਾਅ ਤੇ ਬੈਠੀ ਹੋਈ ਹਉਮੈ ਨੂੰ ਪਾਸੇ ਕਰ ਦੇਣਾ ਤੇ ਚੰਗੇ ਕਰਮ ਕਰਨੇ, ਪਰਉਪਕਾਰ ਦੇ ਕਰਮ ਕਰਨੇ। ਇਸ ਤਰੀਕੇ ਨਾਲ ਆਪਣੇ ਸਤਿਪੁਰਖ ਵਾਹਿਗੁਰੂ ਜੀ ਨੂੰ ਮਨਾਇਆ, ਭਾਵ ਖੁਸ਼ ਕੀਤਾ। ਗੁਰ ਆਣੀ ਘਰ ਮਾਹਿ ਤਾਂ ਸਰਬ ਸੁਖ ਪਾਇਆ। ਫਿਰ ਗੁਰ ਸਰੂਪ ਨੇ, ਗੁਰੂ ਦੇ ਉਪਦੇਸ਼ਾਂ ਨੇ ਇਹ ਸ੍ਰੇਸ਼ਟ ਮਤ ਸੁਭਾਅ ਰੂਪੀ ਘਰ ਵਿੱਚ ਲੈ ਆਂਦੀ, ਤਾਂ ਫਿਰ ਅਸਲੀ ਸੁਖ ਮਿਲ ਗਿਆ। ਸਰਬ ਸੁਖ, ਅੰਦਰੋਂ ਸੰਤੁਸ਼ਟੀ, ਉਹ ਸੈਟਿਸਫੈਕਸ਼ਨ ਜਿਹੜੀ not depend on any circumstances, not depend on any situation। ਉਹ ਸੰਤੁਸ਼ਟੀ ਕਿਸੇ ਸਥਿਤੀ ਪ੍ਰਸਥਿਤੀ ਤੇ ਨਿਰਭਰ ਨਹੀਂ ਕਰਦੀ। ਹਾਲਾਤ ਜੋ ਮਰਜ਼ੀ ਹੋਣ, ਅੰਦਰੋਂ ਸੰਤੁਸ਼ਟ, ਉਹ ਅੰਦਰੋਂ ਆਨੰਦ, ਉਹਨੂੰ ਸਰਬ ਸੁਖ ਕਹਿੰਦੇ ਨੇ। ਇਹ ਮਤ ਨੂੰ ਸ੍ਰੇਸ਼ਟ ਮਤ ਕਿਹਾ। 32 ਸੁਲੱਖਣੀ ਸੱਚ ਸੰਤਤ ਪੂਤ। 32 ਸੁਲੱਖਣੀ ਭਾਵ ਹਰ ਤਰ੍ਹਾਂ ਦਾ ਗੁਣ ਉਸ ਮਤ ਵਿੱਚ ਹੁੰਦਾ ਹੈ। ਹਰ ਹਾਲਾਤ ਵਿੱਚੋਂ ਚੰਗੇ ਫੈਸਲੇ ਲੈਂਦੀ ਹੈ। ਇਹਦੇ ਵਿੱਚੋਂ ਸੱਚ ਦੇ ਰਸ ਦਾ, ਗੁਣਾਂ ਵਾਲਾ, ਗੁਰਮੁਖ ਸੁਭਾਅ ਵਾਲਾ ਪੁੱਤਰ ਜਨਮ ਲੈਂਦਾ ਹੈ। ਆਗਿਆਕਾਰੀ ਸੁਗੜ ਸਰੂਪ, ਉਹ ਜਿਹੜਾ ਸੁਭਾਅ, ਜਿਹੜਾ ਮਨ ਹੈ, ਉਹ ਵਾਹਿਗੁਰੂ ਸੱਚੇ ਪਾਤਸ਼ਾਹ ਜੋ ਸੁਗੜ ਸਰੂਪ ਨੇ, ਉਹਦਾ ਆਗਿਆਕਾਰੀ ਹੁੰਦਾ ਹੈ, ਉਪਦੇਸ਼ ਮੰਨਦਾ ਹੈ। ਇੱਛ ਪੂਰੇ ਮਨ ਕੰਤ ਸੁਆਮੀ। ਫਿਰ ਵਾਹਿਗੁਰੂ ਸੱਚੇ ਪਾਤਸ਼ਾਹ ਉਹ ਆਗਿਆਕਾਰੀ ਮਨ ਦੇ ਵਿੱਚ ਜਿਹੜੀਆਂ ਸ਼ੁਭ ਇੱਛਾਵਾਂ ਨੇ, ਭਲੇ ਦੀਆਂ ਇੱਛਾਵਾਂ ਨੇ, ਉਹ ਪੂਰੀਆਂ ਕਰਦੇ ਨੇ ਵਾਹਿਗੁਰੂ ਜੀ। ਸਗਲ ਸੰਤੋਖੀ ਦੇਰ ਜਠਾਣੀ, ਇੱਥੇ ਦਰਾਣੀ ਜਠਾਣੀ ਅਗਿਆਨ ਇੰਦਰੇ ਕਰਮ ਇੰਦਰੇ, ਫਿਰ ਇਹ ਸਬਰ ਸੰਤੋਖ ਵਿੱਚ ਆ ਜਾਂਦੇ ਨੇ। ਜਿਹਦੇ ਕੋਲ ਸਬਰ ਸੰਤੋਖ ਹੈ, ਉਹ ਦੂਸਰਿਆਂ ਦਾ ਭਲਾ ਸੋਚ ਸਕਦਾ ਹੈ। ਜਿਹੜਾ ਸਵਾਰਥੀ ਹੈ, ਲੋਭੀ ਹੈ, ਉਹ ਆਪਣੇ ਤੋਂ ਉੱਪਰ ਨਹੀਂ ਦੇਖ ਸਕਦਾ, ਦੂਸਰਿਆਂ ਵਾਸਤੇ ਨਹੀਂ ਟਾਈਮ ਕੱਢ ਸਕੇਗਾ। ਮੇਰੇ ਗੁਰੂ ਪਾਤਸ਼ਾਹ ਨੇ ਸਾਨੂੰ ਸਬਰ ਸੰਤੋਖ ਵਾਲੇ ਪਰਉਪਕਾਰੀ ਜੀਵਨ ਬਣਾਇਆ। ਸਭ ਪਰਿਵਾਰ ਹੈ ਮਾਹੇ ਸ੍ਰੇਸ਼ਟ, ਇਹ ਜਿਹੜੀ ਮੱਤ ਹੈ ਨਾ, ਫਿਰ ਸਾਰਿਆਂ ਤੋਂ ਸ੍ਰੇਸ਼ਟ ਹੁੰਦੀ ਹੈ। ਆ ਜਿਹੜਾ ਪਰਿਵਾਰ ਹੈ ਨਾ, ਇਹਦੇ ਗਿਆਨ ਇੰਦਰੇ, ਕਰਮ ਇੰਦਰੇ, ਅੱਖਾਂ, ਜ਼ੁਬਾਨ, ਕੰਨ, ਨੱਕ, ਇਹਦੇ 'ਚ ਸ੍ਰੇਸ਼ਟ ਮੱਤ ਹੈ, ਕਿਉਂਕਿ ਮੱਤ ਨੇ ਇਹਨਾਂ ਨੂੰ ਕੰਟਰੋਲ ਕਰਨਾ। ਮੱਤੀ ਦੇਵੀ ਦੇਵਰ ਜੇਸ਼ਟ, ਫਿਰ ਗਿਆਨ ਇੰਦਰੇ, ਕਰਮ ਇੰਦਰਿਆਂ ਨੂੰ ਇਹਦੇ ਦੇਵਰ ਜਠਾਣੀਆਂ ਜੇਠ ਨੇ, ਇਹਨਾਂ ਨੂੰ ਮੱਤ ਦਿੰਦੀ ਹੈ। ਇਹਨਾਂ ਨੂੰ ਗੁਰੂ ਦੇ ਮਿਸ਼ਨ ਤੇ ਚਲਾਉਂਦੀ ਹੈ ਮੱਤ। ਧਨ ਸੋ ਗ੍ਰਹਿ ਜਿਤ ਪ੍ਰਗਟੀ ਆਏ, ਉਹ ਧਨ ਹੈ ਸੁਭਾਉ ਹਿਰਦਾ, ਜਿਸ ਵਿੱਚ ਇਹ ਮੱਤ ਪ੍ਰਗਟ ਹੋ ਗਈ। ਜਨ ਨਾਨਕ ਸੁਖੇ ਸੁਖ ਵਿਹਾਏ, ਹੈ ਨਾਨਕ ਜੀ, ਉਹ ਜਨ ਬਣ ਜਾਂਦੇ ਨੇ, ਚਾਕਰ ਬਣ ਜਾਂਦੇ ਨੇ, ਆਪਣੇ ਗੁਰੂ ਪਿਤਾ ਜੀ ਦੇ ਚਾਕਰ, ਵਾਹਿਗੁਰੂ ਜੀ ਦੇ ਚਾਕਰ। ਉਹ ਦੂਜਿਆਂ ਲਈ ਜਿਉਣਾ ਸਿੱਖਦੇ ਨੇ, ਆਪਾ ਵਾਰਦੇ ਨੇ। ਸੁਖੇ ਸੁਖ ਵਿਹਾਏ, ਉਹ ਹਰ ਵੇਲੇ ਸੁਖ, ਆਨੰਦ, ਰਸ ਵਿੱਚ, ਸੰਤੁਸ਼ਟੀ ਵਿੱਚ ਜੀਵਨ ਜਿਉਂਦੇ ਨੇ। ਸਤਿਗੁਰੂ ਕਿਰਪਾ ਕਰਨ ਸਾਨੂੰ ਵੀ ਪ੍ਰਾਪਤ ਹੋਵੇ। ਗੁਰੂ ਪਾਤਸ਼ਾਹ ਦੇ ਉਪਦੇਸ਼ਾਂ ਨੂੰ ਸਮਝੀਏ, ਅਰਥਾਂ ਨੂੰ ਸਿੱਖਣ ਦਾ ਯਤਨ ਕਰੀਏ। ਅਰਥਾਂ ਦੇ ਵਿੱਚੋਂ ਜਿੰਨੀਆਂ ਸਿੱਖਿਆਵਾਂ ਸਮਝ ਆ ਜਾਣ, ਉਹਨੂੰ ਪ੍ਰੈਕਟੀਕਲ ਆਪਣੇ ਜੀਵਨ ਵਿੱਚ ਲਾਗੂ ਕਰੀਏ। ਪ੍ਰੈਕਟੀਕਲ ਜਿਉਈਏ, ਉਹਦੇ ਲਈ ਅਰਦਾਸ ਵੀ ਕਰੀਏ, ਯਤਨ ਵੀ ਕਰੀਏ, ਸੁਚੇਤ ਵੀ ਰਹੀਏ, ਵਾਹਿਗੁਰੂ ਜੀ ਦੇ ਅੱਗੇ ਬੇਨਤੀਆਂ ਵੀ ਕਰੀਏ। ਸਤਿਗੁਰ ਸੱਚੇ ਪਾਤਸ਼ਾਹ ਸਾਡੀਆਂ ਸ਼ੁਭ ਇੱਛਾਵਾਂ, ਚੰਗੀ ਭਾਵਨਾ, ਸ਼ੁੱਧ ਨੀਅਤ ਨੂੰ ਹਮੇਸ਼ਾ ਹੀ ਫਲ ਲਾਉਂਦੇ ਨੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।